ਦੋਸਤੋ ਅੱਜ ਇਸਲਾਮਾਬਾਦ ਹਾਈ ਕੋਰਟ ਨੇ ਪੀਟੀਆਈ ਦੇ ਬਾਨੀ ਇਮਰਾਨ ਖਾਨ ਤੇ ਉਹਨਾਂ ਦੇ ਕਰੀਬੀ ਸਾਥੀ ਵਾਈਸ ਚੇਅਰਮੈਨ ਜਿਹੜੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਹਨਾਂ ਨੂੰ ਸਾਈਫਰ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ। ਇਹ ਇੱਕ ਅਹਿਮ ਪੋਲੀਟੀਕਲ ਡਿਵੈਲਪਮੈਂਟ ਹੈ ਜਿਹੜੀ ਅਦਾਲਤ ਤੋਂ ਸਾਨੂੰ ਨਜ਼ਰ ਆਈ ਹੈ ਔਰ ਅਦਾਲਤੀ ਫੈਸਲੇ ਦੇ ਕਈ ਤਰ੍ਹਾਂ ਦੇ ਅਸਰਾਤ ਹੋਣਗੇ ਸਿਆਸੀ ਮਾਹੌਲ ਦੇ ਉੱਤੇ ਔਰ ਜਿਹੜੀਆਂ ਜਮਾਤਾਂ ਦੇ ਆਪਸ 'ਚ ਤਾਲੁਕਾਤ ਨੇ ਉਹਦੇ ਉੱਤੇ ਔਰ ਖ਼ਾਸ ਤੌਰ 'ਤੇ ਪੀਟੀਆਈ ਦੇ ਜਿਹੜੀ ਅੰਦਰ ਅੱਗੇ ਦੀ ਸਿਆਸਤ ਹੈਗੀ ਉਹਦੇ ਉੱਤੇ। ਅਤੇ ਅਸੀਂ ਪਹਿਲੇ ਤਾਂ ਇੱਕ ਜਾਇਜ਼ਾ ਲੈ ਲਈਏ ਕਿ ਸਾਈਫਰ ਹੁੰਦਾ ਕੀ ਹੈ। ਸਾਈਫਰ ਕਿਸੇ ਵੀ ਮੁਲਕ ਦੇ ਜਿਹੜੇ ਇੱਕ ਐਸਾ ਸਫਾਰਤੀ ਖੱਤ ਹੁੰਦਾ ਵੇ ਉਹਦੇ ਵਾਸਤੇ ਜਿਹੜਾ ਕੋਡ ਵਰਡਸ ਦੇ ਵਿੱਚ ਹੁੰਦਾ ਵੇ ਔਰ ਪਾਕਿਸਤਾਨ ਦੇ ਹਿਸਾਬ ਨਾਲ ਅਗਰ ਲਾਇਆ ਜਾਵੇ ਤਾਂ ਪਾਕਿਸਤਾਨ ਦੇ ਵਿੱਚ ਕੋਈ 100 ਤੋਂ ਜ਼ਿਆਦਾ ਐਸੇ ਸਾਈਫਰ ਅਸਿਸਟੈਂਟ ਹੈਗੇ ਨੇ, ਬੰਦੇ ਰੱਖੇ ਹੁੰਦੇ ਨੇ, ਹਰ ਮੁਲਕ ਨੇ ਰੱਖੇ ਹੁੰਦੇ ਨੇ ਇਹਨੂੰ ਪੜ੍ਹਨ ਵਾਸਤੇ ਸਾਈਫਰ ਦੀ ਇਬਾਰਤ ਨੂੰ। ਅਤੇ ਪਾਕਿਸਤਾਨ ਦੇ ਕੋਲ ਕੋਈ 100 ਤੋਂ ਬਹੁਤੇ ਸਾਈਫਰ ਅਸਿਸਟੈਂਟ ਹੈਗੇ ਨੇ ਜਿਨ੍ਹਾਂ ਦੀ ਗ੍ਰੇਡ 16 ਦੇ ਵਿੱਚ ਜਿਹੜੇ ਅਪਾਇੰਟ ਕੀਤੇ ਜਾਂਦੇ ਨੇ ਔਰ ਇਹ ਫਿਰ ਮੁਖਤਲਿਫ ਮੁਲਕਾਂ ਦੇ ਵਿੱਚ ਵੀ ਅਪਾਇੰਟ ਹੁੰਦੇ ਨੇ। ਉੱਥੇ ਜਿਹੜਾ ਸਾਈਫਰ ਆਉਂਦਾ ਵੇ ਉਹਨੂੰ ਡੀਕੋਡ ਕਰਦੇ ਨੇ, ਉਹਨੂੰ ਫਿਰ ਦੱਸਦੇ ਨੇ ਕਿ ਵੀ ਇਹਦੇ ਵਿੱਚ ਇਹ ਲਿਖਿਆ। ਇਹ ਖ਼ਾਸ ਤੌਰ 'ਤੇ ਸਾਈਫਰ ਉਹ ਖੁਫੀਆ ਖੱਤ ਹੁੰਦੇ ਨੇ ਜਿਨ੍ਹਾਂ ਦੇ ਕੋਈ ਅਹਿਮ ਗੱਲ ਜਿਹੜੀ ਹੈ ਇਹ ਉਹ ਸ਼ਾਮਲ ਹੋਵੇ। ਆਮ ਤੌਰ 'ਤੇ ਕੋਈ ਸੀਕਰੇਟ ਇਨਫੋਰਮੇਸ਼ਨ ਜਾਂ ਫਿਰ ਇਹ ਕਿ ਕੋਈ ਧਮਕੀ ਅਮੇਜ਼ ਗੱਲ ਹੋਵੇ ਜਿਹੜੀ ਬਾਕੀ ਦੁਨੀਆ ਨੂੰ ਨਾ ਦੱਸਣੀ ਹੋਵੇ। ਅਤੇ ਜਿਹੜਾ ਸਾਈਫਰ ਦਾ ਮਾਮਲਾ ਪਾਕਿਸਤਾਨ ਦਾ ਹੈ ਜਿਹਦੇ ਵਿੱਚ ਇਮਰਾਨ ਖਾਨ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੂੰ ਸਜ਼ਾ ਹੋਈ ਸੀ ਉਹਦੇ ਹਵਾਲੇ ਨਾਲ ਜਿਹੜੇ ਇਤਰਾਜ਼ਾਤ ਨੇ ਉਹ ਵੀ ਅਸੀਂ ਸਾਹਮਣੇ ਰੱਖਾਂਗੇ ਅਤੇ ਇਸ ਕੇਸ ਦੀ ਜਿਹੜੀ ਨੋਈਅਤ ਹੈ ਉਹ ਵੀ ਰੱਖਾਂਗੇ। ਅਤੇ ਇਹ ਜਨਾਬ ਇਹਦੇ ਉੱਤੇ ਪਹਿਲੇ ਤਾਂ ਜੱਜਿਸ ਨੇ ਜਿਹੜਾ ਫੈਸਲਾ ਕਰਦੇ ਹੋਏ ਅੱਜ ਇਸਲਾਮਾਬਾਦ ਹਾਈ ਕੋਰਟ ਦੇ ਉਹਨਾਂ ਨੇ ਇਹਦੇ 'ਤੇ ਹੈਰਤ ਦਾ ਇਜ਼ਹਾਰ ਕੀਤਾ ਕਿ ਇਹ ਕਿਹੋ ਜਿਹਾ ਜੱਜ ਨੇ ਫੈਸਲਾ ਕੀਤਾ ਸੀ, ਯਾਨੀ ਪਿਛਲੇ ਜੱਜ ਨੇ, ਕਿ ਜਿਹਨੇ 11:30 ਵਜੇ ਉਹਨੇ ਬਿਆਨ ਰਿਕਾਰਡ ਕੀਤਾ 342 ਦਾ ਇਮਰਾਨ ਖਾਨ ਦਾ ਔਰ 2 ਵਜੇ ਫੈਸਲਾ ਆ ਗਿਆ। ਅਤੇ ਉਹਨਾਂ ਕਿਹਾ ਜੀ 2-1.5 ਘੰਟੇ ਦੇ ਵਿੱਚ 77 ਸਫ਼ੇ ਦਾ ਫੈਸਲਾ ਉਸ ਜੱਜ ਨੇ ਕਿਵੇਂ ਲਿਖ ਲਿਆ। ਉਹਦੇ ਕੋਲ ਕਿਹੜੀ ਐਡੀ ਮਸ਼ੀਨ ਸੀ ਜਾਂ ਮਾਵਰਾਈ ਸਲਾਹੀਅਤ ਸੀ ਜਿਹਦੇ ਨਾਲ ਉਹਨੇ 77 ਸਫ਼ੇ ਲਿਖ ਦਿੱਤੇ। ਅਤੇ ਇਹਦਾ ਮਤਲਬ ਉਹਨਾਂ ਨੇ ਇਹ ਕੱਢਿਆ ਕਿ ਇਹ ਫੈਸਲਾ ਪਹਿਲੇ ਤੋਂ ਉਹਨਾਂ ਦੇ ਕੋਲ ਹੈਗਾ ਸੀ ਅਤੇ ਉਹਨੇ ਸਿਰਫ ਅਨਾਊਂਸ ਕੀਤਾ। ਇਹ ਚੀਫ ਜਸਟਿਸ ਜਿਹੜੇ ਅਮਰ ਫਾਰੂਕ ਨੇ ਉਹਨਾਂ ਨੇ ਇਹ ਗੱਲ ਕੀਤੀ ਕਿ 77 ਸਫ਼ੇ ਇੰਨੀ ਦੇਰ ਦੇ ਵਿੱਚ ਕਿਵੇਂ ਲਿਖੇ ਗਏ। ਫਿਰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਅਮਰ ਫਾਰੂਕ ਜਿਹੜੇ ਨੇ ਉਹਨਾਂ ਇਹ ਵੀ ਕਿਹਾ ਕਿ ਇਸਤਗਾਸੇ ਦੇ ਕੋਲ ਸਾਈਫਰ ਕੇਸ ਦੇ ਬਾਰੇ ਕੋਈ ਸਬੂਤ ਹੀ ਨਹੀਂ ਹੈਗਾ ਸੀ, ਯਾਨੀ ਜਿਨ੍ਹਾਂ ਲੋਕਾਂ ਨੇ ਮੁਕੱਦਮਾ ਬਣਾਇਆ ਉਹਨਾਂ ਕੋਲ ਕੋਈ ਸਬੂਤ ਹੀ ਨਹੀਂ ਹੈਗਾ। ਇਹ ਵਕਤਨ ਫਕਤਨ ਇਹਦੀ ਸਮਾਤ ਦੇ ਵਿੱਚ ਵੀ ਸਵਾਲ ਉੱਠਦੇ ਰਹੇ ਕਿ ਇਹ ਜਿਹੜਾ ਇਹਨੂੰ ਦੱਸਿਆ ਗਿਆ ਕਿ ਜਨਾਬ ਇਹਦੇ ਸਾਈਫਰ ਦੀ ਵਜ੍ਹਾ ਨਾਲ ਪਾਕ ਅਮਰੀਕਾ ਜਿਹੜੇ ਰਿਲੇਸ਼ਨਸ ਨੇ ਉਹਨਾਂ ਨੂੰ ਬਹੁਤ ਡੈਮੇਜ ਹੋਏ। ਅਤੇ ਉਹ ਫਿਰ ਅਦਾਲਤ ਨੇ ਪੁੱਛਿਆ ਵੀ ਇੱਕ ਸਮਾਤ ਦੇ ਵਿੱਚ ਕਿ ਦੱਸੋ ਤੁਸੀਂ ਕਿਹੜੀ ਜਗ੍ਹਾ 'ਤੇ ਡੈਮੇਜ ਹੋਏ। ਅਤੇ ਉਹ ਵੀ ਜਿਹੜੇ ਮੁਤਲਕਾ ਡਿਪਾਰਟਮੈਂਟ ਸੀ ਅਟਾਰਨੀ ਜਨਰਲ ਵਗੈਰਾ ਉਹਨਾਂ ਕੋਲ ਕੋਈ ਇਹਦਾ ਜਵਾਬ ਨਹੀਂ ਸੀ ਹੈਗਾ। ਫਿਰ ਅੱਜ ਜਿਹੜਾ ਮਾਹੌਲ ਹੈਗਾ ਸੀ ਉਹਦੇ ਵਿੱਚ ਉੱਥੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਦੀ ਫੈਮਿਲੀ ਸੀ, ਇਮਰਾਨ ਖਾਨ ਦੀਆਂ ਭੈਣਾਂ ਸਨ ਉੱਥੇ ਔਰ ਬੈਰਿਸਟਰ ਸਲਮਾਨ ਸਫਦਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਲੋਕ ਜਿਹੜੇ ਉੱਥੇ ਲੋਕ ਮੌਜੂਦ ਸਨ ਦੋਸਤ, ਉਹਨਾਂ ਦਾ ਕਹਿਣਾ ਹੈ ਕਿ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਕੇਸ ਅੱਜ ਦੀ ਜਿਹੜੀ ਕਾਰਵਾਈ ਸੀ ਉਹ ਪੇਸ਼ ਕੀਤੀ। ਅਤੇ ਇਹਦੇ ਨਾਲ 1-2 ਹੋਰ ਚੀਜ਼ਾਂ ਜਿਹੜੀਆਂ ਕਰਨੀਆਂ ਜ਼ਰੂਰੀ ਨੇ ਉਹ ਇਹ ਵੀ ਕਿ ਇਮਰਾਨ ਖਾਨ ਦੇ ਉੱਤੇ ਇਸਲਾਮਾਬਾਦ ਦੇ ਵਿੱਚ 10 ਮੁਕੱਦਮਾਤ ਐਸੇ ਨੇ ਜਿਨ੍ਹਾਂ ਵਿੱਚੋਂ ਬਰੀ ਹੋ ਚੁੱਕੇ ਨੇ ਇਸਲਾਮਾਬਾਦ ਜਿਹੜੇ ਜੇ ਦਰਜ ਹੋਏ। ਇੱਕ ਮੁਕੱਦਮਾ ਜਿਹੜਾ ਹੈਗਾ ਵੇ ਉਹਦੇ ਵਿੱਚ ਉਹਨਾਂ ਨੇ 28 ਜੂਨ ਨੂੰ ਹਾਜ਼ਰੀ ਉਹਨਾਂ ਦੀ। ਅਤੇ ਹੁਣ ਜਿਹੜੇ ਕੁੱਲ ਉਹਨਾਂ ਦੇ ਉੱਤੇ ਮੁਕੱਦਮਾਤ ਬਾਕੀ ਨੇ ਉਹ ਤਾਦਾਦ ਹੈਗੀ 180 ਮੁਕੱਦਮਾਤ ਇਮਰਾਨ ਖਾਨ ਦੇ ਉੱਤੇ ਬਾਕੀ ਨੇ। ਅਤੇ ਇਹਦੇ ਵਿੱਚ ਇੱਕ ਹੋਰ ਜਿਹੜਾ ਮਾਮਲਾ ਸੀ ਉਹ ਇਹ ਸੀ ਕਿ ਤੋਸ਼ਾਖਾਨਾ ਕੇਸ ਦੇ ਵਿੱਚ ਉਹਨਾਂ ਦੀ ਸਜ਼ਾ ਜਿਹੜੀ 3 ਸਾਲ ਹੈਗੀ ਸੀ ਉਹ ਇਸਲਾਮਾਬਾਦ ਹਾਈ ਕੋਰਟ ਪਹਿਲੇ ਮੁਅੱਤਲ ਕਰ ਚੁੱਕੀ। ਇਹ ਵੱਡੇ ਕੇਸ ਜਿਹੜੇ ਇੱਦਤ ਕੇਸ ਜਿਹੜਾ ਉਹ ਉਹਦਾ ਫੈਸਲਾ ਹਾਲੇ ਆਉਣਾ, ਉਹ ਫੈਸਲਾ ਆਉਣਾ ਸੀ ਲੇਕਿਨ ਫਿਰ ਉਹ ਜੱਜ ਤਬਦੀਲ ਹੋ ਗਿਆ, ਹੁਣ ਉਹ ਨਵੇਂ ਸਿਰੇ ਤੋਂ ਸਮਾਤ ਹੁੰਦੀ ਹੋਵੇਗੀ। ਅਤੇ ਇਹ ਮੁਕੱਦਮਾ ਜਿਹੜਾ ਹੈ ਇਹਦੀ ਬੈਕਗਰਾਊਂਡ ਜਿਹੜੀ ਉਹ ਇਸ ਤਰ੍ਹਾਂ ਵੇ ਕਿ 10 ਅਪ੍ਰੈਲ 2022 ਨੂੰ ਇਮਰਾਨ ਖਾਨ ਦੀ ਹਕੂਮਤ ਜਿਹੜੀ ਉਹਨੂੰ ਅਦਮ ਇਤਮਾਦ ਦੇ ਜ਼ਰੀਏ ਹਟਾ ਦਿੱਤਾ ਗਿਆ ਸੀ। ਅਤੇ ਇਮਰਾਨ ਖਾਨ ਨੇ ਉਸ ਤੋਂ ਪਹਿਲੇ ਹੀ ਉਹਨਾਂ ਨੂੰ ਖਬਰ ਮਿਲ ਗਈ ਸੀ ਕਿ ਹਕੂਮਤ ਹਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ
ਸਿੰਧ ਹਾਊਸ ਦੇ ਵਿੱਚ ਜਿਹੜੇ ਮੁਨਹਰਫ ਅਰਕਾਨ ਨੇ ਉਹਨਾਂ ਨੂੰ ਰੱਖਿਆ ਗਿਆ। ਫਿਰ ਇਮਰਾਨ ਖਾਨ ਦੇ ਹੱਥੋਂ ਸਾਈਫਰ ਵੀ ਆਇਆ ਅਤੇ ਉਹਨਾਂ ਨੇ 27 ਮਾਰਚ ਨੂੰ ਇਸਲਾਮਾਬਾਦ ਦੇ ਵਿੱਚ ਆਪਣੀ ਜਮਾਤ ਦੇ ਜਲਸੇ ਦੇ ਵਿੱਚ ਇੱਕ ਕਾਗਜ਼ ਲਹਿਰਾਇਆ ਔਰ ਕਾਗਜ਼ ਲਹਿਰਾ ਕੇ ਉਹਨਾਂ ਨੇ ਕਿਹਾ ਕਿ ਅਮਰੀਕਾ ਦਾ ਜਿਹੜਾ ਅਸਿਸਟੈਂਟ ਸੈਕਟਰੀ ਹੈ ਡੋਨਾਲਡ ਲੂ, ਇਹ ਉਹਨੇ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ ਇਸ ਸਾਈਫਰ ਦੇ ਜ਼ਰੀਏ ਕਿ ਅਗਰ ਇਮਰਾਨ ਖਾਨ ਦੇ ਖਿਲਾਫ ਤਹਿਰੀਕੇ ਅਦਮ ਇਤਮਾਦ ਨਾਕਾਮ ਹੋਈ ਤੇ ਪਾਕਿਸਤਾਨ ਨੂੰ ਇਹਦੇ ਨਤਾਇਜ ਭੁਗਤਣੇ ਪੈਣਗੇ, ਤੇ ਜੇ ਤਹਿਰੀਕੇ ਅਦਮ ਇਤਮਾਦ ਕਾਮਯਾਬ ਹੋ ਗਈ ਤੇ ਫਿਰ ਅਸੀਂ ਪਾਕਿਸਤਾਨ ਨੂੰ ਮਾਫ ਕਰਨ ਦੇ ਉੱਤੇ ਗੌਰ ਕਰਾਂਗੇ। ਇਹ ਉਹਨਾਂ ਨੇ ਕਿਹਾ ਕਿ ਸਾਈਫਰ ਦੇ ਵਿੱਚ ਇਹ ਲਿਖੀਆਂ ਹੋਈਆਂ ਨੇ ਗੱਲਾਂ। ਹੁਣ ਜ਼ਾਹਿਰ ਹੈ ਉਹਦੀ ਜ਼ੁਬਾਨ ਐਸੀ ਸੀ ਸਾਈਫਰ ਦੀ ਕਿ ਨਾ ਮੈਂ ਪੜ੍ਹ ਸਕਦਾ ਨਾ ਤੁਸੀਂ ਪੜ੍ਹ ਸਕਦੇ ਜੇ, ਉਹ ਜਿਹੜੇ ਸਪੈਸ਼ਲ ਲੋਕ ਰੱਖੇ ਹੋਏ ਨੇ ਉਹੀ ਉਹਨੂੰ ਡੀਕੋਡ ਕਰ ਸਕਦੇ ਸੀ। ਅੱਛਾ, ਇਹਦੇ ਉੱਤੇ ਬਾਅਦ ਦੇ ਵਿੱਚ ਬਰੀਫਿੰਗ ਵੀ ਹੋਈ ਸਿਕਿਉਰਿਟੀ ਕਮੇਟੀ ਦੀ, ਜਿਹੜੀ ਨੈਸ਼ਨਲ ਸਿਕਿਉਰਿਟੀ ਕਮੇਟੀ ਜਿਹਦੇ ਆਰਮੀ ਚੀਫ ਵੀ ਮੈਂਬਰ ਸਨ ਔਰ ਹਕੂਮਤ ਵਜ਼ੀਰ ਆਜ਼ਮ ਦੀ ਸਦਾਰਤ 'ਚ ਹੋਈ। ਉਹਨਾਂ ਨੇ ਫਿਰ ਉੱਥੇ ਫੈਸਲਾ ਕੀਤਾ ਕਿ ਅਮਰੀਕੀ ਜਿਹੜਾ ਸਫੀਰ ਹੈ ਤੇ ਇਹਨੂੰ ਡਿਮਾਰਸ਼ ਕੀਤਾ ਜਾਵੇ, ਯਾਨੀ ਇਹਤਜਾਜੀ ਮਰਾਸਲਾ ਉਹਨੂੰ ਘੱਲਿਆ ਜਾਵੇ, ਵਾਰਨ ਕੀਤਾ ਜਾਵੇ। ਡਿਮਾਰਸ਼ ਦਾ ਜਿਹੜਾ ਮਰਾਸਲਾ ਹੁੰਦਾ ਤੇ ਉਹ ਕੀਤਾ ਜਾਵੇ, ਉਹ ਵੀ ਕਰ ਦਿੱਤਾ ਗਿਆ। ਲੇਕਿਨ ਇਹਦੇ ਫਿਰ ਕੋਈ ਮਿੰਟਸ ਵੀ ਬਣਾਏ ਗਏ ਇਹਦੇ ਉੱਤੇ ਕਿ ਕਿਉਂ ਇਹ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਹੈਗਾ ਸੀ ਔਰ ਪਾਕਿਸਤਾਨ ਨੇ ਇਹਨੂੰ ਧਮਕੀ ਦੇ ਤੌਰ 'ਤੇ ਲਿਆ। ਲੇਕਿਨ ਅਗਲੇ 1-2 ਦਿਨ ਦੇ ਵਿੱਚ ਜਦੋਂ ਗਵਰਨਮੈਂਟ ਚਲੀ ਗਈ ਤੇ ਫਿਰ ਨਵੀਂ ਗਵਰਨਮੈਂਟ ਜਿਹੜੀ ਆਈ PDM ਦੀ, ਉਹਨਾਂ ਫਿਰ ਕਬੀਨਾ ਦਾ ਇਜਲਾਸ ਨਵੇਂ ਸਿਰੇ ਤੋਂ ਬੁਲਾਇਆ, ਨਵੇਂ ਸਿਰੇ ਤੋਂ ਸਿਕਿਉਰਿਟੀ ਕਮੇਟੀ ਦੀ ਮੀਟਿੰਗ ਬੁਲਾਈ ਔਰ ਉਹ ਪਹਿਲੇ ਵਾਲਾ ਜਿਹੜਾ ਪ੍ਰੋਸੈਸ ਸਾਰਾ ਉਹਨੂੰ ਰਿਵਰਸ ਕਰਕੇ ਨਵੇਂ ਅਹਿਕਾਮਾਤ ਦਿੱਤੇ। ਔਰ ਉਹ ਸ਼ਬਾਜ਼ ਸ਼ਰੀਫ ਵੀ ਉਹਦੇ PDM ਦੇ ਵਜ਼ੀਰ ਆਜ਼ਮ ਸੀ ਤੇ ਉਹਨਾਂ ਨੇ ਫਿਰ ਤਹਿਕੀਕਾਤ ਦਾ ਹੁਕਮ ਦੇ ਦਿੱਤਾ ਇਮਰਾਨ ਖਾਨ ਦੇ ਖਿਲਾਫ। FIA ਨੂੰ ਕਿਹਾ ਕਿ ਇਹਦੇ ਖਿਲਾਫ ਤੁਸੀਂ ਕਾਰਵਾਈ ਕਰੋ। ਨੈਸ਼ਨਲ ਜਿਹੜੇ ਸਿਕਿਉਰਿਟੀ ਦੇ ਔਰ ਸੀਕਰਟ ਐਕਟ ਦੀ ਖਿਲਾਫ ਵਰਜ਼ੀ ਦੇ ਹਵਾਲੇ ਨਾਲ ਕਿ ਵਜ਼ੀਰ ਆਜ਼ਮ ਦੇ ਤੌਰ 'ਤੇ ਉਹਨਾਂ ਨੇ ਇੱਕ ਰਾਜ਼ ਅਫਸ਼ਾ ਕੀਤਾ ਤੇ ਇਹ ਅਦਾਲਤ 'ਚ ਮਾਮਲਾ ਇਹ ਗਿਆ ਕਿ ਇਹ ਰਾਜ਼ ਹੈਗਾ ਸੀ ਜਾਂ ਨਹੀਂ ਸੀ ਹੈਗਾ, ਜਾਂ ਇਹਦੇ ਇਮਰਾਨ ਖਾਨ ਦੇ ਕੋਲ ਬਤੌਰ ਵਜ਼ੀਰ ਆਜ਼ਮ ਇਹ ਇਖਤਿਆਰ ਹੈਗਾ ਸੀ ਜਾਂ ਨਹੀਂ ਸੀ ਹੈਗਾ। ਇਹ ਸਾਰੇ ਮਾਮਲੇ ਜਿਹੜੇ ਨੇ ਇਹ ਉੱਥੇ ਡਿਸਕਸ ਹੋਏ ਬੜੀ ਡਿਟੇਲ ਦੇ ਨਾਲ ਤੇ ਅਦਾਲਤ ਨੇ ਇਹ ਫਿਰ ਸਾਰੇ ਸੁਣ ਕੇ ਇਹ ਮਾਮਲਾ ਜਿਹੜੇ ਨੇ ਕਈ ਮਹੀਨੇ ਦੀ ਸਮਾਅਤ ਤੋਂ ਬਾਅਦ ਇਹ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ। ਅੱਛਾ, ਇਹ ਦਰਮਿਆਨ 'ਚ ਗੱਲ ਰਹਿ ਗਈ ਕਿ ਡੋਨਾਲਡ ਲੂ ਦਾ ਜਿਹੜਾ ਉਹ ਹੈਗਾ ਸੀ ਸਾਈਫਰ, ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਬਾਅਦ ਦੇ ਵਿੱਚ ਇਹਨਾਂ ਨੇ ਜਦੋਂ ਪਾਕਿਸਤਾਨ ਦੇ ਸਫੀਰ ਉੱਥੇ ਜਿਹੜੇ ਅਮਰੀਕਾ 'ਚ ਅਸਦ ਮਜੀਦ ਖਾਨ ਸਾਹਿਬ ਸਨ ਉਹਨਾਂ ਨੂੰ ਦਿੱਤਾ ਸੀ ਤੇ ਉਹਨਾਂ ਦੀ ਗਵਾਹੀ ਵੀ ਬਾਅਦ ਦੇ ਵਿੱਚ ਆਈ। ਫਿਰ ਆਜ਼ਮ ਖਾਨ ਸਾਹਿਬ ਦੀ ਵੀ ਗਵਾਹੀ ਉੱਥੇ ਅਦਾਲਤ ਨੇ ਲਈ ਤੇ ਉਹਦੇ ਵਿੱਚ ਇਮਰਾਨ ਖਾਨ ਨੇ ਇਹ ਕਿਹਾ ਸੀ ਕਿ ਅਮਰੀਕਾ ਜਿਹੜਾ ਇਹ ਉਹਨਾਂ ਦੀ ਹਕੂਮਤ ਨੂੰ ਹਟਾਉਣ ਦੇ ਵਿੱਚ ਸਾਜ਼ਿਸ਼ ਦੇ ਵਿੱਚ ਇਹ ਹਿੱਸਾ ਹੈ। ਖਾਸ ਤੌਰ 'ਤੇ ਡੋਨਾਲਡ ਲੂ ਜਿਹੜਾ ਇਹਨੇ ਕਿਰਦਾਰ ਅਦਾ ਕੀਤਾ ਤੇ ਇਹਦੇ ਉੱਤੇ ਫਿਰ ਕਾਰਵਾਈ ਹੋਈ ਔਰ ਉਹਨਾਂ ਨੂੰ ਸੈਕਸ਼ਨ 5 ਤੇ 9 ਦੇ ਤਹਿਤ ਮੁਕੱਦਮਾ ਦਰਜ ਹੋਇਆ ਇਮਰਾਨ ਖਾਨ ਦੇ ਖਿਲਾਫ ਤੇ 19 ਜੁਲਾਈ 2023 ਨੂੰ ਜਿਹੜਾ ਸ਼ਬਾਜ਼ ਸ਼ਰੀਫ ਨੇ ਤਹਿਕੀਕਾਤ ਦਾ ਬਤੌਰ ਵਜ਼ੀਰ ਆਜ਼ਮ ਹੁਕਮ ਦਿੱਤਾ ਸੀ ਤੇ ਇਹ ਜਨਾਬ ਕਾਰਵਾਈ ਸੀ ਅੱਜ। ਤੇ ਇਹਦੇ ਨਾਲ ਪੋਲੀਟੀਕਲ ਅਸਰਾਤ ਇਹ ਨੇ ਕਿ ਲੋਕ ਦੇਖ ਰਹੇ ਨੇ ਕਿ ਜਿਹੜੇ ਮੁਕੱਦਮਾਤ ਦੀ ਨੋਈਅਤ ਤੇ ਸਿਆਸੀ ਮੁਕੱਦਮਾਤ ਜਿਹੜੇ ਬਣਾਏ ਗਏ ਹਕੂਮਤਾਂ ਦੇ ਵਿੱਚ, ਜਿਹੜੀ ਇੱਕ ਅਰਸਾ ਤੋਂ ਮੁਸਲਿਮ ਲੀਗ ਨੂਨ ਦਾ ਸਟਾਂਸ ਰਿਹਾ, ਪੀਪਲਸ ਪਾਰਟੀ ਦਾ ਖੈਰ ਤਾਇਬ ਹੋ ਗਈ ਔਰ ਉਹਨੇ ਉਸ ਤੋਂ ਬਾਅਦ ਆਪਣੇ ਪ੍ਰੈਕਟੀਕਲ ਅਮਲ ਦੇ ਨਾਲ ਵੀ ਇਹ ਜ਼ਾਹਿਰ ਕੀਤਾ ਕਿ ਉਹ ਸਿਆਸੀ ਮੁਕੱਦਮਾਤ 'ਤੇ ਯਕੀਨ ਨਹੀਂ ਰੱਖਦੀ। ਲੇਕਿਨ ਮੁਸਲਿਮ ਲੀਗ ਨੂਨ ਜਿਹੜੀ ਕਹਿੰਦੀ ਰਹੀ ਕਿ ਅਸੀਂ ਸਿਆਸੀ ਮੁਕੱਦਮਾਤ ਆਪਣੇ ਮੁਖਾਲਫੀਨ ਦੇ ਖਿਲਾਫ ਨਹੀਂ ਬਣਾਵਾਂਗੇ। ਇਹ ਉਹਨਾਂ ਦੇ ਵਜ਼ੀਰ ਆਜ਼ਮ ਦੇ ਕਹਿਣ 'ਤੇ ਇਹ ਮੁਕੱਦਮਾ ਬਣਿਆ, ਹੋਰ ਵੀ ਮੁਕੱਦਮਾਤ ਬਣੇ ਤੇ ਇਹਦੇ ਤੋਂ ਪੋਲੀਟੀਕਲ ਜਿਹੜਾ ਸਟਾਂਸ ਮੁਸਲਿਮ ਲੀਗ ਨੂਨ ਦਾ ਉਹ ਡੈਮੇਜ ਹੋਇਆ। ਤਹਿਰੀਕੇ ਇਨਸਾਫ ਦਾ ਜਿਹੜਾ ਇਹ ਹੈ ਕਿ ਹਾਲੇ ਬਹੁਤ ਸਾਰੇ ਮੁਕੱਦਮਾਤ ਨੇ, ਹਾਲੇ ਬਹੁਤ ਸਾਰੇ ਦਰਿਆਵਾਂ ਨੇ ਪਾਰ ਉਤਰਨੇ, ਹਾਲੇ ਇੰਨੀ ਜਲਦੀ ਅਸੀਂ ਇਹ ਨਹੀਂ ਤੋਕੋ ਕਰ ਸਕਦੇ ਕਿ ਉਹਨੂੰ ਕੋਈ ਵੱਡਾ ਰਿਲੀਫ ਮਿਲ ਗਿਆ ਅਦਾਲਤ ਤੋਂ। ਲੇਕਿਨ ਬਹਰਹਾਲ ਉਹਦੇ ਵਾਸਤੇ ਇੱਕ ਆਸਾਨੀ ਹੈ ਕਿ ਇਹ ਵੱਡਾ ਹੀ ਮਾਮਲੇ 3-4 ਜਿਹੜੇ ਵੱਡੇ ਮੁਕੱਦਮਾਤ ਸਨ ਉਹਦੇ ਵਿੱਚੋਂ ਇੱਕ ਨੂੰ ਫਿਰ ਹਾਲੇ ਇਹ ਵੀ ਸ਼ਾਇਦ ਇਹਦੇ ਵਿੱਚ ਚਾਂਸ ਮੌਜੂਦ ਨੇ ਕਿ ਹਕੂਮਤ ਅਗਰ ਸੁਪਰੀਮ ਕੋਰਟ 'ਚ ਜਾਂਦੀ ਹੈ ਇਸੇ ਮੁਕੱਦਮੇ ਦੀ ਅਪੀਲ ਲੈ ਕੇ ਤੇ ਫਿਰ ਕੀ ਸ਼ਕਲ ਬਣਦੀ, ਇਹ ਕੇਸ ਲਟਕਦਾ। ਫਿਰ ਇਹ ਵੀ ਹੈ ਕਿ ਇਸੇ ਤਰ੍ਹਾਂ ਇਹ ਕੇਸ ਨੂੰ ਅਗਰ ਹਕੂਮਤ ਛੱਡ ਵੀ ਦੇਵੇ ਤੇ ਇੱਕ ਨਵਾਂ ਕੇਸ ਜਿਹੜਾ ਬਣ ਰਿਹਾ ਕਿ ਉਹਨਾਂ ਦੇ ਉੱਤੇ ਲਾਇਆ ਜਾ ਰਿਹਾ ਕਿ ਸ਼ੇਖ ਮੁਜੀਬੁਰ ਰਹਿਮਾਨ ਦੀ ਵੀਡੀਓ ਉਹਨਾਂ ਦੇ ਅਕਾਊਂਟ ਤੋਂ ਸ਼ੇਅਰ ਹੋਈ ਔਰ ਉਸ ਸ਼ੇਅਰ ਕਰਨ ਦੇ ਉੱਤੇ ਉਹਨਾਂ ਦੇ ਖਿਲਾਫ ਫਿਰ ਕਾਰਵਾਈ ਕੋਈ ਇੰਝ ਦੀ ਕੀਤੀ ਜਾਏਗੀ। ਇਹ ਵੀ ਹੈਗਾ ਮਾਮਲਾ ਜ਼ੇਰੇ ਗੌਰ। ਲੇਕਿਨ ਪਰ ਓਵਰਆਲ ਅਗਰ ਵੇਖਿਆ ਜਾਵੇ ਤੇ ਸਿਆਸੀ ਟੈਂਪਰੇਚਰ ਥੱਲੇ ਆ ਸਕਦਾ
ਅਗਰ ਜਿਹੜੇ ਫਰੀਕੈਨ ਨੇ ਉਹ ਤਹਮਲ ਦਾ ਮੁਜ਼ਾਹਰਾ ਕਰਨ ਔਰ ਇਹਨੂੰ ਕਿਸੇ ਦੀ ਜਿੱਤ ਹਾਰ ਨਾ ਸਮਝਿਆ ਜਾਵੇ। ਅਦਾਲਤਾਂ ਦੇ ਮਾਮਲਾ ਅਦਾਲਤਾਂ 'ਤੇ ਛੱਡੇ ਜਾਣ ਅਤੇ ਉਹ ਜਿਸ ਤਰ੍ਹਾਂ ਵੀ ਇਹਨਾਂ ਨੂੰ ਨਿਪਟਾਉਣ। ਅਤੇ ਸਿਆਸੀ ਲੀਡਰਸ਼ਿਪ ਖਾਸ ਤੌਰ 'ਤੇ ਇਮਰਾਨ ਖਾਨ ਕੋਲੋਂ ਵੀ ਲੋਕ ਤੋਕੋ ਕਰਦੇ ਨੇ ਕਿ ਤਹਮਲ ਦਾ ਮੁਜ਼ਾਹਰਾ ਕਰਨ। ਇਤਜ਼ਾਜ਼ ਅਹਿਸਨ ਨੇ ਜਿਹੜਾ ਉਹਨਾਂ ਨੂੰ ਮਸ਼ਵਰਾ ਦਿੱਤਾ ਕਿ ਇਹ ਵੀ ਗੱਲ ਗਲਤ ਹੈ ਕਿ ਤੁਸੀਂ ਹਰ ਵੇਲੇ ਕਹਿੰਦੇ ਰਹੋ ਕਿ ਮੈਂ ਉਹਦੇ ਨਾਲ ਵੀ ਗੱਲ ਨਹੀਂ ਕਰਨੀ, ਉਹਦੇ ਨਾਲ ਵੀ ਗੱਲ ਨਹੀਂ ਕਰਨੀ। ਜਿਹੜੇ ਸਿਆਸੀ ਲੀਡਰ ਹੁੰਦੇ ਨੇ ਉਹ ਗੱਲ ਹੀ ਕਰਦੇ ਨੇ, ਉਹ ਲੜਦੇ ਤਾਂ ਨਹੀਂ ਹੈਗੇ ਅਤੇ ਉਹ ਗੱਲ ਹੀ ਕਰਦੇ ਨੇ ਅਤੇ ਇਹਨਾਂ ਨੂੰ ਗੱਲ ਵੱਲ ਆਉਣਾ ਚਾਹੀਦਾ ਹੈ। ਅਤੇ ਇਸ ਗੱਲਬਾਤ ਦੇ ਨਾਲ ਜਮਾਤ ਦੀ ਵੀ ਇਹਨਾਂ ਦੀ ਸਖਤੀਆਂ ਖਤਮ ਹੋ ਸਕਦੀਆਂ, ਪਰੇਸ਼ਾਨੀਆਂ ਖਤਮ ਹੋ ਸਕਦੀਆਂ ਅਤੇ ਉਹਨਾਂ ਦੀ ਆਪਣੇ ਹਵਾਲੇ ਨਾਲ ਵੀ। ਅਤੇ ਇਹ ਅੱਜ ਦਾ ਜਨਾਬ ਵੀਲੌਗ ਸੀ ਸਾਡਾ। ਜੀਂਦੇ ਰਹੋ, ਵਸਦੇ ਰਹੋ ਅਤੇ ਸਬਸਕ੍ਰਾਈਬ ਜ਼ਰੂਰ ਕਰਦੇ ਰਹੇ। ਥੈਂਕ ਯੂ ਜਨਾਬ।